ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ ਦਾਰੂ ਦੇ ਜਦੋਂ ਕੋਈ ਬੰਦਾ ਚੈਲੰਜ ਕਰਦਾ ਹੋਵੇ ਨਾ ਫਿਰ ਉਸ ਚੈਲੰਜ ਨੂੰ ਐਕਸੈਪਟ ਕੀਤਾ ਮੈਂ ਵੀ ਕਿਉਂ ਨਹੀਂ ਮੈਂ ਇੱਕ ਲੈਕਚਰਰ ਹਾਂ ਮੈਂ ਇੰਨੇ ਬੱਚਿਆਂ ਨੂੰ ਪੜ੍ਹਾਉਂਦੀ ਹਾਂ ਮੈਂ ਲੈਕਚਰ ਦਿੰਦੀ ਹਾਂ ਮੈਂ ਕਿਉਂ ਨਹੀਂ ਸਟੇਜ ਤੇ ਬੋਲ ਸਕਦੀ ਹੈ ਨਾ ਆਪਣਾ ਕਰਾ ਕੇ ਬਹਿ ਜੀ ਨਾ ਜਦੋਂ ਮੈਨੂੰ ਗਾਣੇ ਸੁਣਾਏ ਮੇਰੇ ਆਪਣੇ ਸਾਰੇ ਲਾਈਵ ਤੇ ਮੈਨੂੰ ਵਧੀਆ ਲੱਗਿਆ ਤੇ ਅਸੀਂ ਫਿਰ ਇਕੱਠੇ ਹੋ ਗਏ ਤੇ ਉਸ ਤੋਂ ਬਾਅਦ ਤੇ ਹੁਣ ਤੱਕ ਅਸੀਂ ਕੰਮ ਕਰ ਰਹੇ ਹਾਂ ਪਰਮਾਤਮਾ ਇਸੇ ਤਰ੍ਹਾਂ ਬਣਾਈ ਰੱਖੇ ਤੋਰੀ ਵਾਂਗੂ ਮੂਲ ਲਮਕਾ ਕੇ ਬਹਿ ਜੀ ਨਾ 13 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ 13 ਸਾਲ ਦੇ ਵਿੱਚ ਅਸੀਂ ਆਪਣੇ ਪੰਜਾਬ 'ਚ ਵੀ ਸ਼ੋਅ ਕੀਤੇ ਪੰਜਾਬ ਤੋਂ ਬਾਹਰ ਇੰਡੀਆ ਦੇ ਲੈਵਲ ਤੇ ਵੀ ਕੀਤੇ ਵਿਦੇਸ਼ਾਂ 'ਚ ਵੀ ਜਾ ਆਏ ਆਪਾਂ ਜੇ ਤੁਹਾਡੇ ਤੇ ਮਿਹਰ ਆ ਸੱਚੇ ਪਾਤਸ਼ਾਹ ਦੀ ਤਾਂ ਤੁਸੀਂ ਫਿਰ ਕਿਸੇ ਦੀ ਪਰਵਾਹ ਨਹੀਂ ਕਰਦੇ ਚੰਗੀ ਤੂੰ ਵਾਰੀ ਜਾਊਂਗਾ ਨੋੜ ਤੇਰੇ ਜੀਜੇ ਦਾ ਦਿਲ ਦਰਿਆ ਸਾਲੀ ਪਰ ਰੱਬ ਤੋਂ ਬਾਅਦ ਮੇਰੇ ਮਾਂ-ਬਾਪ ਜਿਨ੍ਹਾਂ ਨੇ ਮੈਨੂੰ ਇਸ ਗਾਇਕੀ ਲਾਈਨ ਦੇ ਵਿੱਚ ਪਾਇਆ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਰੱਬ ਵਰਗੀ ਸਪੋਰਟ ਮਾਂ-ਬਾਪ ਦੀ ਹੁੰਦੀ ਹੈ ਦੋਨੋਂ ਭੈਣਾਂ ਬਹੁਤ ਅੱਛਾ ਗਾਉਂਦੀਆਂ ਮੈਂ ਤਾਂ ਕਹਿੰਦੀ ਪ੍ਰਮਾਤਮਾ ਕਿਸੇ ਦੀ ਜੋੜੀ ਨੂੰ ਨਜ਼ਰ ਨਾ ਲਾਵੇ ਕਦੀ ਵੀ ਕਿਸੇ ਦੀ ਜੋੜੀ ਨਾ ਟੁੱਟੇ ਜੋ ਹੈ ਨਾਮ ਵਾਲਾ ਵਹੀ ਤੋਂ ਬਦਨਾਮ ਹੈ ਤੁਹਾਡੇ ਚਾਹਣ ਵਾਲੇ ਵੀ ਹੁੰਦੇ ਨਹੀਂ ਵੀ ਚਾਹਣ ਵਾਲੇ ਹੁੰਦੇ ਉਸ ਹਿਸਾਬ ਨਾਲ ਜਿਹੜਾ ਨਾਮ ਵਾਲਾ ਬੰਦਾ ਹੁੰਦਾ ਨਾ ਉਹਦੀ ਗੱਲ ਬਹੁਤ ਛੇਤੀ ਫੈਲਦੀ ਹੈ ਵੱਡੇ ਬ੍ਰਦਰ ਆ ਉਹ ਵੀ ਆਰਟਿਸਟ ਇਸ ਲਾਈਨ 'ਚ ਹੀ ਆ ਉਹਨਾਂ ਨੇ ਇੱਕ ਗੱਲ ਮੈਨੂੰ ਕਹੀ ਸੀ ਤੁਹਾਡੇ ਮੂਹਰੇ ਬਹੁਤ ਆਡੀਅנס ਬੈਠੀ ਆ ਉਹਦੇ ਵਿੱਚੋਂ ਜੇ 10 ਬੰਦੇ ਤੁਹਾਨੂੰ ਐ ਵੀ ਕਰ ਰਹੇ ਆ ਉਹਦੀ ਪਰਵਾਹ ਨਹੀਂ ਕਰਨੀ ਜਿਹੜੇ ਬਾਕੀ ਸੁਣ ਰਹੇ ਆ ਤੁਹਾਨੂੰ ਪਿਆਰ ਕਰ ਰਹੇ ਉਹਨਾਂ ਨੂੰ ਦੇਖਣਾ ਤੁਸੀਂ ਸਤਿ ਸ਼੍ਰੀ ਅਕਾਲ ਵਨ ਇੰਡੀਆ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ ਗੱਲ ਕਰਾਂ ਦੁਗਾਣਾ ਜੋੜੀ ਦੀ ਤਾਂ ਅੱਜ ਕੱਲ੍ਹ ਦੀ ਮੂਵੀਜ਼ ਦੇ ਵਿੱਚ ਹਮੇਸ਼ਾ ਦੁਗਾਣਾ ਜੋੜੀ ਦਿਖਾਈ ਜਾਂਦੀ ਹੈ ਜਿਹੜੇ ਹੁਣ ਦੇ ਸਟਾਰਸ ਨੇ ਉਹਨਾਂ ਦੇ ਵਿੱਚ ਇੱਕ ਦੁਗਾਣਾ ਜੋੜੀ ਨੂੰ ਲੈ ਕੇ ਕ੍ਰੇਜ਼ ਸਾਨੂੰ ਦੇਖਣ ਨੂੰ ਮਿਲ ਰਿਹਾ ਇਸੇ ਦੇ ਨਾਲ ਗੱਲ ਕਰਾਂ ਤਾਂ ਬਹੁਤ ਸਾਰੇ ਇੱਦਾਂ ਦੇ ਗੀਤ ਆਏ ਨੇ ਜਿਨ੍ਹਾਂ ਦੀ ਅਸਲ ਉਮਰ ਜਿਹੜੇ ਹੁਣ ਦੇ ਫੰਕਸ਼ਨਸ ਨੇ ਉਹਨਾਂ ਦੇ ਵਿੱਚ ਵੱਜਦੇ ਨੇ ਨਾ ਜਦੋਂ ਗਾਣੇ ਉਦੋਂ ਪਤਾ ਲੱਗਦੀ ਕਿ ਇਹਨਾਂ ਦੀ ਅਸਲ ਉਮਰ ਕਿੰਨੀ ਆ ਸੋ ਅਜਿਹੇ ਹੀ ਗੀਤ ਜਿਹੜੇ ਗਾਏ ਨੇ ਮਿਸ ਨੀਲਮ ਹੁਣਾ ਨੇ ਔਰ ਉਹਨਾਂ ਦੇ ਜੋੜੀਦਾਰ ਦਿਲਰਾਜ ਹੁਣਾ ਨੇ ਜਿਵੇਂ ਗੱਲ ਕਰਾਂ ਡਾਇਬਟੀਜ਼ ਦੀ ਅਮਲੀ ਦੀ ਛਣ ਛਣ ਦੀ ਬਟੂਆ ਦੀ ਤੇ ਤੁਸੀਂ ਵਾਕਈ ਰੂਬਰੂ ਹੋ ਗਏ ਹੋਗੇ ਪਛਾਣ ਗਏ ਹੋਗੇ ਸੋ ਮੇਰੇ ਨਾਲ ਬੈਠੇ ਨੇ ਮਿਸ ਨੀਲਮ ਜੀ ਔਰ ਦਿਲਰਾਜ ਜੀ ਬਹੁਤ ਬਹੁਤ ਸਵਾਗਤ ਹੈ ਵਨ ਇੰਡੀਆ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਵਨ ਇੰਡੀਆ ਦੇਖ ਰਹੇ ਸਾਰੇ ਟੀਵੀ ਨੂੰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਛਾ ਮਿਸ ਨੀਲਮ ਜੀ ਤੇ ਦਿਲਰਾਜ ਜੀ ਜਿਵੇਂ ਤੁਸੀਂ ਲੈਕਚਰਰ ਹੋ ਔਰ ਤੁਸੀਂ ਤਬਲਾ ਪਲੇ ਕਰਦੇ ਸੀ ਮੈਡਮ ਨੇ ਤੁਹਾਡੀ ਬਾਹ ਫੜੀ ਕਿ ਆਓ ਤੁਸੀਂ ਗਾਇਕੀ ਦੇ ਵਿੱਚ ਆਓ ਸੋ ਲੈਕਚਰਰ ਹੋ ਕੇ ਤੁਸੀਂ ਮੈਨੇਜ ਕਿਵੇਂ ਕੀਤਾ ਗਾਇਕੀ ਨੂੰ ਔਰ ਕਿਵੇਂ ਤੁਹਾਨੂੰ ਦਿਲਰਾਜ ਜੀ ਨੇ ਅਟਰੈਕਟਿਵ ਲੱਗੇ ਕਿ ਨਹੀਂ ਤੁਸੀਂ ਆਓ ਮੇਰੇ ਨਾਲ ਗਾਣਾ ਗਾਉਣ ਹਾਂਜੀ ਜਿਵੇਂ ਮੈਨੂੰ ਬਚਪਨ ਤੋਂ ਸ਼ੌਂਕ ਸੀ ਸਕੂਲ ਟਾਈਮ ਕਾਲਜ ਟਾਈਮ ਦੇ ਵਿੱਚ ਤੇ ਹੌਲੀ ਹੌਲੀ ਚਲੋ ਪ੍ਰੋਫੈਸ਼ਨਲ ਮਤਲਬ ਇਸ ਲਾਈਨ ਦੇ ਵਿੱਚ ਆ ਗਈ ਤੇ ਸਾਨੂੰ ਕਿਤੇ ਮੌਕਾ ਮਿਲਿਆ ਇਕੱਠੇ ਹੈ ਨਾ ਸਾਡੇ ਕੋਈ ਸਾਡੀ ਮੇਰੀ ਘਰ ਕੋਈ ਫੰਕਸ਼ਨ ਸੀ ਉੱਥੇ ਜਿੱਦਾਂ ਅਸੀਂ ਕਵਾਲੀ ਕਰਾਈ ਸੀ ਉੱਥੇ ਦਿਲਰਾਜ ਜੀ ਆਏ ਸੀ ਤੇ ਮੈਂ ਇਹਦੀ ਤਬਲੇ ਦੀ ਬਹੁਤ ਫੈਨ ਸੀ ਤਬਲਾ ਬਹੁਤ ਅੱਛਾ ਵਜਾਉਂਦੇ ਆ ਬਹੁਤ ਅੱਛਾ ਪਲੇ ਕਰਦੇ ਆ ਤੇ ਪਤਾ ਨਹੀਂ ਉਸ ਪਰਮਾਤਮਾ ਵੱਲੋਂ ਹੀ ਇੱਕਦਮ ਮੇਰੇ ਮੂੰਹ ਤੋਂ ਨਿਕਲਿਆ ਕਿ ਦਿਲਰਾਜ ਸਿੰਗਿੰਗ ਸ਼ੁਰੂ ਕਰੋ ਅੱਛਾ ਤੇ ਉਸ ਟਾਈਮ ਤੁਹਾਨੂੰ ਲੱਗਾ ਸੀਗਾ ਕਿ ਸੀਰੀਅਸ ਕਹਿ ਰਹੇ ਨੇ ਨਹੀਂ ਮੈਂ ਸੋਚਿਆ ਵੈਸੇ ਮੈਂ ਕਿਹਾ ਪਤਾ ਨਹੀਂ ਜਦੋਂ ਮਜ਼ਾਕ 'ਚ ਨਹੀਂ ਬੰਦਾ ਕਰਦਾ ਹੁੰਦਾ ਮੈਂ ਕਿਹਾ ਵੈਸੇ ਕਹੋ ਮੈਂ ਪਹਿਲਾਂ ਗਾਇਆ ਵੀ ਨਾ ਸੀ ਮੈਂ ਤਬਲਾ ਪਲੇ ਕੀਤਾ ਨਾ ਕਾਫੀ ਦੇਰ 12-13 ਸਾਲ ਤਬਲਾ ਪਲੇ ਕੀਤਾ ਆਪਣੇ ਫਾਦਰ ਸਾਹਿਬ ਸ਼੍ਰੀ ਰਮੇਸ਼ ਰੰਗੀਲਾ ਜੀ ਉਹਨਾਂ ਦੇ ਨਾਲ ਮੈਂ 13 ਸਾਲ ਤਬਲਾ ਪਲੇ ਕੀਤਾ ਤੇ ਅਸੀਂ ਕਰਨ ਗਏ ਸੀ ਮਹਿਫਲ ਕਿਉਂਕਿ ਮਸਤਾਂ ਦੀ ਉੱਥੇ ਦਰਗਾਹ ਜਿੱਥੇ ਮਹਿਫਲ ਕਰਵਾਉਂਦੇ ਆ ਤੇ ਉਹਨਾਂ ਦੀ ਐਸੀ ਕਿਰਪਾ ਹੋਈ ਦੇਖ ਲਓ ਤੁਹਾਡੇ ਸਾਹਮਣੇ ਆ ਤੁਸੀਂ ਖਿੱਚ ਲੈ ਇਹਨਾਂ ਨੂੰ ਗਾਇਕ ਹਾਂਜੀ 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 ਖਿੱਚ ਲੈ ਬਿਲਕੁਲ ਤੇ ਇੱਕ ਗਾਣਾ ਹੋ ਜਵੇ ਮੈਂ ਚਾਹੁੰਦੀ ਹਾਂ ਕਿ ਅਸੀਂ ਵੀ ਬਹੁਤ ਵਿਆਹ ਸ਼ਾਦੀ ਫੰਕਸ਼ਨ ਜਿਹੜਾ ਮਰਜ਼ੀ ਹੋ ਜਵੇ ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜੀ ਨਾ ਗਾਣਾ ਵੱਜਦਾ ਹੀ ਵੱਜਦਾ ਔਰ ਅਸੀਂ ਨੱਚਦੇ ਹੀ ਨੱਚਦੇ ਹਾਂ ਮੈਂ ਚਾਹੁੰਦੀ ਹਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਚਾਈਏ ਬਿਲਕੁਲ ਹੋ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ ਦਾਰੂ ਦੇ ਸਰੂਰ ਵਿੱਚ ਨੋਟ ਜੰਨੇ ਵਾਰੀ ਸਹੀ ਗੱਲ ਹੈ ਹੋ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ ਦਾਰੂ ਦੇ ਸਰੂਰ ਵਿੱਚ ਨੋਟ ਜੰਨੇ ਵਾਰੀ ਕਿਤੇ ਝੁੱਗਾ ਚੋੜੇ ਆਪਣਾ ਕਰਾ ਕੇ ਬਹਿ ਜੀ ਨਾ ਹੋ ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜੀ ਨਾ ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜੀ ਨਾ ਉਹ ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ 'ਚ ਬਥੇਰੇ ਉਹ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਅ ਸਾਲੀਏ ਉਹ ਜਦੋਂ ਤੱਕ ਨੱਚੇਂਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ ਉਹ ਜਦੋਂ ਤੱਕ ਨੱਚੇਂਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ
ਦਰਰਾ। ਕੀ ਬਾਤ ਹੈ, ਬਹੁਤ ਸੋਹਣਾ ਤੁਸੀਂ ਗਾਉਂਦੇ ਹੋ ਔਰ ਮੈਂ ਬਾਕੀ ਕਾਬਲੇ ਤਾਰੀਫ ਤੁਹਾਡੀ ਦੋਨਾਂ ਦੀ ਆਵਾਜ਼ ਹੈ। ਸੋ ਜਿਵੇਂ ਮੈਂ ਕਿਹਾ ਤੁਸੀਂ ਤਬਲਾ ਪਲੇ ਕਰਦੇ ਸੀ, ਤੁਸੀਂ ਕਿਹਾ ਕਿ ਮੈਨੂੰ ਲੱਗਾ ਹੀ ਨਹੀਂ ਸੀਗਾ, ਮਜ਼ਾਕ ਕਰ ਰਹੇ ਸੀ ਕਿ ਮੈਂ ਗਾਇਕੀ ਦੇ ਵਿੱਚ ਆਊਂਗਾ, ਔਰ ਤੁਸੀਂ ਤਾਂ ਗਾਇਕੀ ਦੇ ਵਿੱਚ ਬਾ ਕਮਾਲ ਹਿੱਟ ਬਾ ਹਿੱਟ ਗਾਣੇ ਜਿਹੜੇ ਸੀ ਉਹ ਦਿੱਤੇ ਸੀ, ਹੈ ਨਾ। ਸੋ ਇੱਕ ਔਨ ਦਾ ਸਪੌਟ ਐਕਟ ਕਰਨਾ ਬਹੁਤ ਮੁਸ਼ਕਿਲ ਹੁੰਦਾ। ਸੋ ਤੁਸੀਂ ਤਬਲਾ ਵਜਾਇਆ, ਤੁਸੀਂ ਲੈਕਚਰਰ, ਔਨ ਦਾ ਸਪੌਟ ਸਟੇਜ ਤੇ ਐਕਟ ਕਿਵੇਂ ਕਰਨਾ ਸਿੱਖ ਲਿਆ ਫਿਰ? ਨਹੀਂ, ਅਸੀਂ ਪ੍ਰੋਪਰ ਪਹਿਲਾਂ ਆਪਾਂ ਤਿਆਰੀ ਕੀਤੀ ਹੈ ਤੇ ਸਟੇਜ ਤੇ ਜਾਣਾ, ਇੰਨੀ ਆਡੀਅנס ਦੇ ਵਿੱਚ ਜਾਣਾ, ਅਸੀਂ ਪ੍ਰੋਪਰ ਤਿਆਰੀ ਕਰਕੇ, ਅਸੀਂ ਪੂਰਾ ਆਪਣੇ ਫੁੱਲ ਤਿਆਰੀ ਕਰਕੇ ਫਿਰ ਅਸੀਂ ਬਾਹਰ ਪਰਫਾਰਮ ਕੀਤਾ, ਫਿਰ ਅਸੀਂ ਸਟੇਜ ਤੇ ਮਤਲਬ ਜਿੱਦਾਂ ਨਾ ਕਈ ਵਾਰੀ ਔਨ ਦਾ ਸਪੌਟ ਹੀ ਕੋਈ ਗਾਣਾ ਫਰਮਾਇਸ਼ ਦੇ ਵਿੱਚ ਆ ਜਾਵੇ, ਉਹ ਤੇ ਐਕਟ ਕਰਨਾ ਮੁਸ਼ਕਿਲ ਹੋ ਜਾਂਦਾ ਸੀ, ਕਿਉਂਕਿ ਤੁਹਾਨੂੰ ਕਿਸੇ ਨੇ ਚੈਲੰਜ ਵੀ ਕੀਤਾ ਸੀ ਕਿ ਨੀਲਮ ਸ਼ੁਕਰੀਆ ਨਹੀਂ ਕਰ ਸਕਦੀ, ਪਰ ਨੀਲਮ ਨੇ ਝੰਡੇ ਕੱਢ ਦਿੱਤੇ। ਹਾਂਜੀ ਹਾਂਜੀ, ਨਹੀਂ ਜਦੋਂ ਕੋਈ ਬੰਦਾ ਚੈਲੰਜ ਕਰਦਾ ਹੋਵੇ ਨਾ, ਫਿਰ ਉਸ ਚੈਲੰਜ ਨੂੰ ਐਕਸੈਪਟ ਕੀਤਾ ਮੈਂ ਵੀ ਕਿਉਂ ਨਹੀਂ, ਮੈਂ ਇੱਕ ਲੈਕਚਰਰ ਹਾਂ, ਮੈਂ ਇੰਨੇ ਬੱਚਿਆਂ ਨੂੰ ਪੜ੍ਹਾਉਂਦੀ ਹਾਂ, ਮੈਂ ਲੈਕਚਰ ਦਿੰਦੀ ਹਾਂ, ਮੈਂ ਕਿਉਂ ਨਹੀਂ ਸਟੇਜ ਤੇ ਬੋਲ ਸਕਦੀ ਹੈ ਨਾ। ਬਿਲਕੁਲ ਇਹ ਤਾਂ ਗੱਲ, ਕਿਉਂਕਿ ਜਦੋਂ ਨਾ ਮੈਂ ਵੀ ਸ਼ੁਰੂ ਕੀਤਾ ਨਾ, ਮੈਂ ਸਟਾਰਟਿੰਗ ਦੇ ਵਿੱਚ ਮੈਂ ਕਿਹਾ ਮੈਂ ਤਾਂ ਕਦੀ ਮਾਈਕ ਫੜ ਕੇ ਬੋਲਿਆ ਨਹੀਂ, ਤੇ ਚਲੋ ਐਸੀ ਕਿਰਪਾ ਹੋਈ ਮਹਾਰਾਜ ਦੀ, ਕਿਉਂਕਿ ਮਿਹਨਤ ਕੀਤੀ। ਚਲੋ ਇੱਕ ਦਿਨ ਮੈਂ ਬੈਠਾ ਸੀ ਇੱਦਾਂ ਹੀ ਤੇ ਮੈਂ ਰਿਆਜ਼ ਕਰ ਰਿਹਾ, ਇਹਨਾਂ ਦਾ ਫੋਨ ਆ ਗਿਆ ਤੇ ਮੈਂ ਇਹਨਾਂ ਨੂੰ ਇਹਨਾਂ ਦਾ ਹੀ ਗਾਣਾ ਸੁਣਾਤਾ। ਅੱਛਾ, ਤੁਸੀਂ ਤਾਂ ਬਹੁਤ ਵਧੀਆ ਗਾਣੇ ਆ, ਤਾਂ ਕਹਿੰਦੇ ਨਹੀਂ ਮੈਟਰ ਸਿਲੈਕਸ਼ਨ ਕਰੋ, ਆਪਾਂ ਟੇਪ ਕਰਨੀ ਹੁਣ। ਫੁੱਲ ਐਲਬਮ ਕੀਤੀ ਸੀ ਉਸ ਟਾਈਮ ਪ੍ਰਪੋਜ਼। ਮਤਲਬ ਇੰਪ੍ਰੈਸ ਇਹਨਾਂ ਨੇ ਤੁਹਾਨੂੰ ਤੁਹਾਡਾ ਗਾਣਾ ਗਾ ਕੇ ਕੀਤਾ ਨਾ। ਹਾਂਜੀ ਹਾਂਜੀ ਹਾਂਜੀ, ਨਹੀਂ ਫਿਰ ਮੈਨੂੰ ਵੀ ਲੱਗਿਆ ਨਾ, ਜਦੋਂ ਦੇਖੋ ਆਪਾਂ ਪ੍ਰੋਫੈਸ਼ਨਲ ਸੀ, ਇੰਨੇ ਗਾਣੇ ਸੁਪਰ ਡੁਪਰ ਹਿੱਟ ਸੀ, ਹੈ ਨਾ, ਫਿਰ ਉਸ ਹਿਸਾਬ ਨਾਲ ਮਤਲਬ ਚਲੋ ਬਹੁਤ ਹਿੰਮਤ ਸੀ, ਹੌਸਲਾ ਸੀ ਕਿ ਇੱਕ ਪ੍ਰੋਫੈਸ਼ਨਲ ਸਿੰਗਰ ਦੇ ਨਾਲ ਮਤਲਬ ਤੁਸੀਂ ਸਟੇਜ ਤੇ ਗਾਣਾ, ਹੈ ਨਾ, ਬਰਾਬਰ ਖੜਨਾ, ਹਿੰਮਤ ਚਾਹੀਦੀ ਹੈ, ਹੌਸਲਾ ਚਾਹੀਦਾ ਹੈ, ਤੇ ਕਾਫੀ ਮਿਹਨਤ ਕਰਕੇ, ਹੈ ਨਾ। ਤੇ ਮਤਲਬ ਜਦੋਂ ਮੈਨੂੰ ਗਾਣੇ ਸੁਣਾਏ ਮੇਰੇ ਆਪਣੇ ਸਾਰੇ ਲਾਈਵ, ਤੇ ਮੈਨੂੰ ਵਧੀਆ ਲੱਗਿਆ, ਤੇ ਅਸੀਂ ਫਿਰ ਇਕੱਠੇ ਹੋ ਗਏ, ਤੇ ਉਸ ਤੋਂ ਬਾਅਦ ਤੇ ਹੁਣ ਤੱਕ ਅਸੀਂ ਕੰਮ ਕਰ ਰਹੇ ਹਾਂ। ਪਰਮਾਤਮਾ ਇਸੇ ਤਰ੍ਹਾਂ ਬਣਾਈ ਰੱਖੇ। ਕੀ ਬਾਤ ਹੈ। ਅੱਛਾ ਨੀਲਮ ਜੀ, ਇੱਕ ਨਾ ਮੈਂ ਚੀਜ਼ ਦੇਖ ਰਹੀ ਸੀਗੀ ਕਿ ਤੁਸੀਂ ਬਹੁਤ ਜ਼ਿਆਦਾ ਸੁਣਦੇ ਹੋ ਜੋਤੀ ਨੂਰਾਂ ਨੂੰ, ਹੈ ਨਾ, ਅੱਖਾਂ ਵੀ ਭਰ ਲੈਂਦੇ ਹੋ ਜਦੋਂ ਤੁਸੀਂ ਸੁਣਦੇ ਹੋ, ਤੁਹਾਡੀ ਗੱਲ ਮੈਂ ਸੁਣੀ ਸੀ। ਹਾਂਜੀ ਮਤਲਬ ਐਦਾਂ ਕਿਉਂ, ਅੱਖਾਂ ਕਿਉਂ ਭਰ ਲੈਂਦੇ ਹੋ ਜਦੋਂ ਤੁਸੀਂ ਸੁਣਦੇ ਹੋ ਉਹਨਾਂ ਨੂੰ? ਅਸਲ 'ਚ ਜਿਹੜਾ ਉਹ ਸੂਫੀਆਨਾ ਗਾਉਂਦੇ ਆ, ਹੈ ਨਾ, ਕੋਈ ਵੀ, ਚਾਹੇ ਮੈਂ ਕਵਾਲੀ ਸੁਣਾ, ਚਾਹੇ ਮੈਂ ਨੁਸਰਤ ਸਾਹਿਬ ਨੂੰ ਸੁਣਦੀ ਹਾਂ, ਜਾਂ ਕੋਈ ਵੀ ਸੂਫੀਆਨਾ ਮੈਂ ਕੁਛ ਸੁਣਦੀ ਹਾਂ ਨਾ, ਪਤਾ ਨਹੀਂ ਕੁਛ ਵੀ ਮੈਨੂੰ ਕਿਉਂ ਐਦਾਂ ਇੱਕ ਬੈਰਾਗ ਜਿਹਾ ਆਉਂਦਾ ਹੈ ਨਾ। ਤੇ ਮੈਂ ਕਵਾਲੀ ਜਦੋਂ ਵੀ ਸੁਣਦੀ ਹਾਂ, ਉਹ ਹਮੇਸ਼ਾ ਮੈਂ ਰੋਂਦੀ ਹਾਂ, ਮੈਂ ਅੱਖਾਂ 'ਚ ਮੇਰੇ ਪਾਣੀ ਹੁੰਦਾ ਹੈ, ਪਤਾ ਨਹੀਂ ਉਸ ਪਰਮਾਤਮਾ ਦੇ ਨਾਲ। ਇੱਕ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੂਫੀਆਂ ਨਾ, ਪਰਮਾਤਮਾ ਦੇ ਨਾਲ ਤੁਹਾਨੂੰ ਸਿੱਧਾ ਜੋੜਦੀਆਂ, ਹੈ ਨਾ। ਇਸ ਲਈ ਮੈਂ ਜਦੋਂ ਵੀ ਕਵਾਲੀ ਸੁਣਦੀ ਹਾਂ ਤੇ ਮੈਨੂੰ ਬੜਾ ਮਨ ਨੂੰ ਸਕੂਨ ਵੀ ਮਿਲਦਾ, ਤੇ ਮੇਰੇ ਦਿਲ 'ਚ ਬੈਰਾਗ ਵੀ ਬਹੁਤ ਆਉਂਦਾ। ਜੋਤੀ ਨੂਰਾਂ ਨੂੰ ਤੁਸੀਂ ਸੁਣਦੇ ਹੋ, ਅੱਖਾਂ ਨਮ ਹੋ ਜਾਂਦੀਆਂ ਨੇ, ਤੁਹਾਨੂੰ ਤੁਸੀਂ ਚੁੱਪ ਕਰਾਉਂਦੇ ਹੁੰਦੇ ਫਿਰ ਇਹਨਾਂ ਨੂੰ? ਨਹੀਂ, ਉਦੋਂ ਆਪਾਂ ਅੱਛਾ, ਮਤਲਬ ਇੱਕ ਦਰਦ ਪਿੰਡੇ ਹੰਡਾਇਆ ਹੋਵੇ, ਜੋਤੀ ਨੂਰਾਂ, ਚਲੋ ਇਹ ਮੈਨੂੰ ਲੱਗਦਾ ਕਿ ਥੋੜਾ ਆਊਟ ਆਫ ਟਰੈਕ ਹੋ ਜਾਣਾ, ਪਰ ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ, ਜਦੋਂ ਅਸੀਂ ਕਿਸੇ ਨੂੰ ਆਈਡਲ ਮੰਨਦੇ ਹਾਂ, ਹੈ ਨਾ, ਜੇ ਇੱਕ ਦਰਦ ਅਸੀਂ ਪਿੰਡੇ ਹੰਡਾਇਆ, ਹੁਣ ਉਹ ਅਲੱਗ ਹੋ ਗਈਆਂ ਨੇ ਭੈਣਾਂ, ਹੈ ਨਾ, ਥੋੜਾ ਦੁੱਖ ਲੱਗਦਾ ਹੈ। ਤੇ ਹੁਣ ਕਿਵੇਂ ਦੇਖਦੇ ਉਹਨਾਂ ਦੀ ਜੋੜੀ ਨੂੰ? ਨਹੀਂ, ਚਲੋ ਗਾਇਕੀ ਉਹਨਾਂ ਦੀ ਬਾ ਕਮਾਲ ਹੈ, ਦੋਨੇ ਕੁਛ ਦੋਨੋਂ ਭੈਣਾਂ ਬਹੁਤ ਅੱਛਾ ਗਾਉਂਦੀਆਂ। ਮੈਂ ਤਾਂ ਕਹਿੰਦੀ ਪਰਮਾਤਮਾ ਕਿਸੇ ਦੀ ਜੋੜੀ ਨੂੰ ਨਜ਼ਰ ਨਾ ਲਾਵੇ, ਕਦੀ ਵੀ ਕਿਸੇ ਦੀ ਜੋੜੀ ਨਾ ਟੁੱਟੇ। ਹਮੇਸ਼ਾ ਜਦੋਂ ਤੁਸੀਂ ਇੱਕ ਸਟਾਰਟਿੰਗ ਕਰਦੇ ਆ ਨਾ, ਬੜੀ ਮਿਹਨਤ ਕਰਕੇ ਬੰਦਾ ਸੁਪਰ ਡੁਪਰ ਹਿੱਟ ਹੁੰਦਾ ਹੈ ਨਾ, ਤੇ ਕੁਛ ਥੋੜ੍ਹੀ ਬਹੁਤੀ ਕਿਸੇ ਦੀ ਗਲਤੀਆਂ ਕਰਕੇ ਜੋੜੀ ਟੁੱਟਣਾ, ਮਨ ਨੂੰ ਦੁੱਖ ਬਹੁਤ ਹੁੰਦਾ। ਬਿਲਕੁਲ, ਮੈਂ ਕਹਿੰਦੀ ਪਰਮਾਤਮਾ ਕਦੀ ਵੀ ਆਹ ਕੰਮ ਨਹੀਂ ਹੋਣਾ ਚਾਹੀਦਾ, ਜੋੜੀ ਨਹੀਂ ਕਿਸੇ ਦੀ ਟੁੱਟਣੀ ਚਾਹੀਦੀ। ਚਲੋ ਵੈਸੇ ਐਜ਼ ਵੀ ਉਹ ਦੋਨੇ ਸਿਸਟਰ ਆ ਨਹੀਂ, ਨਾ, ਬਹੁਤ ਅੱਛਾ ਗਾਉਂਦੇ ਦੋਨੋਂ, ਉਹ ਭੈਣਾਂ ਹੈ ਨਾ। ਅਸਲ ਵਿੱਚ ਭੈਣਾਂ ਦਾ ਦੂਰ ਰਹਿਣਾ ਤਾਂ ਔਖਾ ਹੀ ਹੁੰਦਾ, ਕਿਉਂਕਿ ਨੋਹਾਂ ਨਾਲੋਂ ਕਦੀ ਮਾਸ ਅਲੱਗ ਨਹੀਂ ਹੁੰਦਾ, ਕਿਉਂਕਿ ਇੱਕ ਨਾ ਇੱਕ ਦਿਨ ਤਾਂ ਫੇਰ ਉਹਨਾਂ ਨੇ ਇਕੱਠੇ ਹੋ ਜਾਣਾ। ਪਰ ਇਦਾਂ ਹੁੰਦਾ ਵੀ ਜਦੋਂ ਤੁਸੀਂ ਇਕੱਲੇ ਕਰਦੇ ਆ ਪਰਫਾਰਮ, ਚਲੋ ਵਾਕਿਆ ਉਸ ਸੁਰੀਲੀਆਂ ਦੋਨੇ ਬਹੁਤ ਵਧੀਆ ਗਾਣ ਵਾਲੇ ਆ, ਉਹਨਾਂ ਦਾ ਪਰਿਵਾਰ ਬਹੁਤ ਵਧੀਆ, ਤੇ ਚਲੋ ਅਸੀਂ ਦੁਆ ਕਰਦੇ ਪ੍ਰਮਾਤਮਾ ਮੋਰੇ, ਕਿਉਂਕਿ ਪਰਿਵਾਰ ਨੇ ਤਾਂ ਇੱਕ ਦਿਨ ਇਕੱਠਾ ਹੋਣਾ ਹੀ ਹੋਣਾ। ਬਿਲਕੁਲ, ਕੁਛ ਕੁ ਟਾਈਮ ਹੁੰਦਾ ਜੀ, ਕੋਈ ਜਿਵੇਂ ਕਹਿੰਦੇ ਆਪਾਂ ਕਹਿੰਦੇ ਕੋਈ ਥੋੜੀ ਜਿਹੀ ਕਿਸੇ ਗੱਲ ਤੇ ਥੋੜਾ ਬਹੁਤਾ ਕੋਈ ਗਲਤ ਫਹਿਮੀ ਹੋ ਗਈ, ਜਾਂ ਥੋੜਾ ਕੋਈ ਗਿਲਾ ਸ਼ਿਕਵਾ ਹੋ ਗਿਆ, ਜਾਂ ਫਿਰ ਕੋਈ ਟਾਈਮ ਹੀ ਇਹੋ ਜਿਹਾ ਹੁੰਦਾ, ਹਨਾ, ਕਿ ਜਿਹਦੇ ਨਾਲ ਇਹ ਚੀਜ਼ਾਂ ਮਤਲਬ ਵਾਪਰ ਜਾਂਦੀਆਂ। ਪਰ ਉਹ ਇਹ ਨਹੀਂ, ਉਹ ਭੈਣਾਂ ਅਲੱਗ ਨਹੀਂ ਹੋ ਸਕਦੀਆਂ, ਉਹ ਕਿਸੇ ਟਾਈਮ ਤੇ, ਹੈ ਨਾ। ਇਹ ਤਾਂ ਜੇ ਇੱਕ ਭੈਣ ਨੂੰ ਦੁੱਖ ਹੋਊਗਾ, ਦੂਜੀ ਨੂੰ ਆਟੋਮੈਟਿਕ ਹੋਣਾ ਹੀ ਹੋਣਾ ਨਾ। ਪਰਮਾਤਮਾ ਕਰੇ ਕਿ ਉਹਨਾਂ ਦਾ ਵਧੀਆ ਹੀ ਚੱਲੇ, ਵਧੀਆ ਹੀ ਇਕੱਠੀਆਂ ਹੋ ਕੇ ਗਾਣ, ਵਧੀਆ ਰਹਿਣ, ਪਰਮਾਤਮਾ ਉਹਨਾਂ ਨੂੰ ਇਕੱਠੇ ਹੀ ਰੱਖੇ। ਉਹ ਅੱਛਾ ਲੱਗਦੀਆਂ ਦੋਨੋਂ ਇਕੱਠੀਆਂ ਭੈਣਾਂ। ਬਿਲਕੁਲ। ਸੋ ਮੈਂ ਜ਼ਿਕਰ ਕਰਨਾ ਚਾਹਾਂਗੀ, ਮਿਸ ਨੀਲਮ ਨੇ ਮਤਲਬ ਇਹ ਛਣ ਗੀਤ ਤੋਂ ਬਾਅਦ ਨਾ ਇੱਕ ਹਨੇਰੀ ਲਿਆ ਦਿੱਤੀ ਸੀ, ਹੈ ਨਾ, ਵੀ ਮਿਸ ਨੀਲਮ ਹੋਈ ਪਈ ਸੀ। ਤੇ ਹੁਣ ਤੁਹਾਡੇ ਜਿਹੜੇ ਗਾਣੇ ਆਏ ਆ, ਦੁਗਾਣਾ ਜੋੜੀ, ਉਹ ਵੀ ਮੈਨੂੰ ਲੱਗਦਾ ਕਿ ਬਾ ਕਮਾਲ ਆ, ਮੈਨੂੰ ਲੱਗਦਾ ਕਿ ਹੈਗੇ ਆ ਵੀ ਬਹੁਤ ਸੋਹਣੇ ਤੁਸੀਂ ਗਾਣੇ ਗਾਏ ਆ। ਤੇ
ਜਦੋਂ ਇੱਕ ਮਿਸ ਨੀਲਮ ਨੇ ਹਨੇਰੀਆਂ ਲਿਆਂਦੀਆਂ ਸੀਗੀਆਂ, ਦਿਲਰਾਜ ਦੇ ਨਾਲ ਨਵੀਂ ਸ਼ੁਰੂਆਤ ਸੀਗੀ, ਫਿਰ ਤੋਂ ਤੁਸੀਂ ਇੱਕ ਕਹਿ ਲਓ ਵੀ ਜ਼ਮੀਨੀ ਪੱਧਰ ਤੋਂ ਦੁਬਾਰਾ ਉੱਠੇ ਹੈ ਨਾ। ਉਸ 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 ਦਿਨਾਂ ਬਾਰੇ ਵੀ ਮੈਨੂੰ ਜ਼ਰੂਰ ਦੱਸੋ, ਕਿਉਂਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਉਚਾਈਆਂ ਤੇ ਹੁੰਦੇ ਹਾਂ ਫਿਰ ਦੁਬਾਰਾ ਸ਼ੁਰੂਆਤ ਜਦੋਂ ਕਰਨੀ ਪੈਂਦੀ, ਮੈਂ ਚਾਹੁੰਦੀ ਕਿ ਲੋਕੀ ਵੀ ਮੋਟੀਵੇਟ ਹੋਣ ਕਿ ਹਾਂ ਜੇ ਦੁਬਾਰਾ ਸ਼ੁਰੂਆਤ ਕਰਨੀ ਪਵੇ ਤਾਂ ਡੋਲੀ ਦਾ ਨਹੀਂ, ਡੋਲਣਾ ਨਹੀਂ ਚਾਹੀਦਾ। ਦੇਖੋ ਤੁਸੀਂ ਜੇ ਮਿਹਨਤ ਕਰਨੀ ਜਾਣਦੇ ਆ ਨਾ, ਤੁਹਾਡੇ 'ਚ ਕੋਈ ਤੁਸੀਂ ਆਪਣੇ ਆਪ ਨੂੰ ਸਟਰੋਂਗ ਰੱਖੋ। ਇਹ ਦਿਨ ਹੈ, ਕਦੇ ਮਤਲਬ ਮਹਾਰਾਜ ਕਦੇ ਉਤਰਾਈ ਕਦੇ ਚੜਾਈ ਹੈ ਨਾ। ਜੇ ਉਹਨਾਂ ਨੇ ਸਾਨੂੰ ਚੜਾਈ ਕਰਾਈ ਸੀ, ਸਾਡੇ ਮਤਲਬ ਸੁਪਰ ਡੁਪਰ ਹਿੱਟ ਹੋਏ ਸੀ ਵਧੀਆ, ਮਤਲਬ ਉਹ ਜੇ ਉਹ ਟਾਈਮ ਸੀ ਉਹ ਵੀ ਮਹਾਰਾਜ ਵੱਲੋਂ ਦਿੱਤਾ, ਉਹਦਾ ਵੀ ਸ਼ੁਕਰਾਨਾ ਕਰੋ। ਕੋਈ ਨਹੀਂ, ਪਰਮਾਤਮਾ ਵੀ ਤੇਰਾ ਦਿੱਤਾ ਗਾ ਹੈ ਨਾ। ਪਰ ਡੋਲਣ ਨਾ ਦੇਈ, ਹਿੰਮਤ ਰੱਖੀ ਸਾਡੇ ਵਿੱਚ, ਅਸੀਂ ਹਿੰਮਤ ਰੱਖਾਂਗੇ, ਅਸੀਂ ਮਿਹਨਤ ਕਰਾਂਗੇ, ਸਾਨੂੰ ਜ਼ਰੂਰ ਫੜ ਲਾਈ। ਨਹੀਂ, ਡੋਲਣਾ ਨਹੀਂ ਚਾਹੀਦਾ ਕਿਸੇ ਨੂੰ ਵੀ। ਪਰਮਾਤਮਾ ਸੁਣਦਾ ਹੈ ਹਿੰਮਤ ਖੁਦਾ, ਕਿਉਂਕਿ ਹਿੰਮਤ ਦੇ ਨਾਲ ਹੀ ਜੇ ਤੁਸੀਂ ਹਿੰਮਤ ਰੱਖਦੇ ਆ, ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਇਹ ਨਹੀਂ ਹੁੰਦਾ ਵੀ ਇੱਕ ਵਾਰੀ ਜੇ ਆਪਾਂ ਗਿਰੇ ਆ ਠੋਕਰ ਲੱਗੀ ਹੈ ਤਾਂ ਮੁੜ ਕੇ ਉੱਠਣਾ ਨਹੀਂ। ਕਾਮਯਾਬੀਆਂ ਇਹੀ ਹੁੰਦੀਆਂ, ਕਿਉਂਕਿ ਜੇ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਕਿਸੇ ਗੱਲ 'ਚ ਪਿੱਛੇ ਰਹਿ ਗਏ ਆ ਜਾਂ ਕੁੱਦਾਂ ਵੀ ਆ, ਤੁਸੀਂ ਆਪਣਾ ਕਰਮ ਕਰੀ ਜਾਓ, ਪਰਮਾਤਮਾ ਤੁਹਾਡੀ ਬਾਂਹ ਫੜਦਾ ਹੀ ਫੜਦਾ। ਡੋਲਣਾ ਤਾਂ ਚਾਹੀਦਾ ਹੀ ਨਹੀਂ। ਸੋ ਨੀਲਮ ਜੀ, ਬਹੁਤ ਸਾਰੇ ਲੋਕ ਤੁਹਾਡੇ ਕੋਲ ਆਏ ਵੀ ਹੈ ਨਾ ਕਿ ਸਾਡੇ ਨਾਲ ਗਾਣਾ ਕਰ ਲਓ, ਸਾਡੇ ਨਾਲ ਗਾਣਾ ਕਰ ਲਓ। ਦਿਲਰਾਜ ਹੀ ਕਿਉਂ ਚੂਜ਼ ਕੀਤੇ? ਮੈਂ ਜਾਣਨਾ ਚਾਹੁੰਦੀ ਹਾਂ ਦਿਲਰਾਜ ਕੀ ਖਾਸ ਸੀ ਕਿ ਦਿਲਰਾਜ ਹੀ ਚੂਜ਼ ਕੀਤਾ? ਨਹੀਂ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਨੂੰ ਕੁਝ ਨਹੀਂ ਪਤਾ ਕਿ ਜਦੋਂ ਸਾਡੇ ਮਸਤਾਂ ਦੀ ਮਹਿਫਿਲ ਸੀ ਉੱਥੇ ਅਸੀਂ ਇਕੱਠੇ ਹੋਏ ਆ, ਸਾਡੇ ਘਰ ਬੈਠੇ ਸੀ ਸਾਰੇ, ਤੇ ਮੈਨੂੰ ਲੱਗਦਾ ਕਿ ਸਾਨੂੰ ਪਰਮਾਤਮਾ ਨੇ ਮਿਲਾਇਆ ਹੋਇਆ, ਅਸੀਂ ਆਪਣੇ ਆਪ ਨਹੀਂ ਮਿਲੇ। ਸਾਨੂੰ ਪਰਮਾਤਮਾ ਨੇ ਮਿਲਾਇਆ ਹੋਇਆ, ਇਹ ਪਰਮਾਤਮਾ ਨੇ ਬੰਦਾ ਲੱਭ ਕੇ ਦਿੱਤਾ ਹੋਇਆ। 13 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ। 13 ਸਾਲ ਦੇ ਵਿੱਚ ਅਸੀਂ ਜਾਣੀ ਕਿ ਹੁਣ ਬਹੁਤ ਜਿੱਦਾਂ ਆਪਣੇ ਪੰਜਾਬ 'ਚ ਵੀ ਸ਼ੋਅ ਕੀਤੇ, ਪੰਜਾਬ ਤੋਂ ਬਾਹਰ ਇੰਡੀਆ ਦੇ ਲੈਵਲ ਤੇ ਵੀ ਕੀਤੇ, ਵਿਦੇਸ਼ਾਂ 'ਚ ਵੀ ਜਾ ਆਏ ਆਪਾਂ, ਕਿਉਂਕਿ 13 ਸਾਲ ਵੀ ਕੱਢਣੇ ਬਹੁਤ ਔਖੇ ਹੁੰਦੇ ਆ। ਪਰ ਇਦਾਂ ਹੁੰਦਾ ਵੀ ਚਲੋ ਜੇ ਤੁਹਾਡੇ ਤੇ ਮਿਹਰ ਆ ਸੱਚੇ ਪਾਤਸ਼ਾਹ ਦੀ, ਤਾਂ ਤੁਸੀਂ ਫਿਰ ਕਿਸੇ ਦੀ ਪਰਵਾਹ ਨਹੀਂ ਕਰਦੇ। ਤੇ ਪਰਵਾਹ ਤੋਂ ਮੈਨੂੰ ਨਾ ਯਾਦ ਆਇਆ ਕਿ ਜਦੋਂ ਦੁਗਾਣਾ ਜੋੜੀ ਅੱਗੇ ਆਉਂਦੀ ਹੈ ਜਾਂ ਮਤਲਬ ਕਹਿ ਲਓ ਪ੍ਰੋਫੈਸ਼ਨਲੀ ਆਉਂਦੀ ਹੈ, ਮਤਲਬ ਪਰਸਨਲੀ ਕੁਝ ਹੋਰ ਵੀ ਹੋਵੇ ਤਾਂ ਅਲੱਗ ਗੱਲ ਆ, ਪਰ ਪ੍ਰੋਫੈਸ਼ਨਲੀ ਨਾ ਕਈ ਵਾਰੀ ਨਾਮ ਜੋੜ ਦਿੱਤੇ ਜਾਂਦੇ ਆ ਕਿ ਇਹ ਇੰਨਾ ਗਾਉਂਦੀ ਤੇ ਸ਼ਾਇਦ ਇੰਨਾ ਹੀ ਰਹਿੰਦੀ ਹੈ। ਇਦਾਂ ਮੈਂ ਬਹੁਤ ਸੁਣਿਆ, ਆਪਾਂ ਸੁਣਦੇ ਆ ਹਨਾ ਵੀ ਉਸ ਚੀਜ਼ ਨੂੰ ਫਿਰ ਕਿਵੇਂ, ਮੈਨੂੰ ਹੁਣ ਯਾਦ ਆਇਆ ਕਿ ਜਦੋਂ ਇਦਾਂ ਨਾਮ ਜੁੜ ਜਾਂਦੇ ਨੇ ਕਈ ਵਾਰੀ ਫਿਰ ਧੱਕਾ ਜਿਹਾ ਤਾਂ ਲੱਗਦਾ ਨਾ। ਨਹੀਂ, ਦੇਖੋ ਤੁਸੀਂ ਆਪਣੇ ਆਪ ਸਹੀ ਹੈ। ਦੇਖੋ ਦੁਨੀਆ ਤੁਸੀਂ ਮੂੰਹ ਨਹੀਂ ਫੜ ਲੈਣਾ। ਹੁਣ ਦੇਖੋ ਕੋਈ ਸਕਾ ਭੈਣ ਭਰਾ ਵੀ ਕੋਈ ਤੁਰਿਆ ਹੁੰਦਾ ਹੈ ਨਾ, ਦੇਖਣ ਵਾਲਾ ਤਾਂ ਇਹ ਵੀ ਕਹਿੰਦਾ ਪਤਾ ਨਹੀਂ ਇਹਦੇ ਨਾਲ ਕੀ ਗੱਲਬਾਤ ਹੈ, ਕੀ ਕੁੜੀ ਨੂੰ ਲਈ ਫੜਦਾ, ਉਹ ਮਤਲਬ ਸੋਚ ਹੁੰਦੀ ਹੈ ਅਲੱਗ-ਅਲੱਗ ਹੈ ਨਾ। ਜੋ ਹੈ ਨਾਮ ਵਾਲਾ ਵਹੀ ਤੋਂ ਬਦਨਾਮ ਹੈ। ਜਿਹਦਾ ਨਾਮ ਹੁੰਦਾ ਨਾ, ਅਸਲ ਵਿੱਚ ਪਤਾ ਕੀ ਹੁੰਦਾ, ਜਿੱਦਾਂ ਹੁਣ ਕਿਸੇ ਆਮ ਬੰਦੇ ਦੀ ਗੱਲ ਆ, ਤੁਹਾਨੂੰ ਪਤਾ ਪਿੰਡਾਂ 'ਚ ਬਹੁਤ ਗੱਲਾਂ ਹੁੰਦੀਆਂ, ਪਰ ਉਹਨਾਂ ਦੇ ਪਿੰਡ ਤੱਕ ਸੀਮਿਤ ਹੁੰਦੀ ਆ। ਇੱਕ ਆਰਟਿਸਟ ਜਾਂ ਕੋਈ ਫਿਲਮ ਇੰਡਸਟਰੀ ਦਾ ਕੋਈ ਵੀ ਜਿਹਦਾ ਨਾਮ ਹੈ, ਉਹਦੀ ਵੈਸੇ ਇੱਕ ਨਿੱਕੀ ਜਿਹੀ ਗੱਲ ਚੱਲ ਗਈ ਬਾਹਰ, ਉਹ ਨਿੱਕੀ ਇੱਥੋਂ ਨਿਕਲੀ ਇੰਨੀ ਕੁ ਤਾਂ ਜਾਂਦੀ ਜਾਂਦੀ ਪਹਾੜ ਜਿੱਡੀ ਬਣ ਜਾਂਦੀ ਹੈ। ਕਿਉਂਕਿ ਜਿੰਨੇ ਆਡੀਅנס ਬਹੁਤ ਹੁੰਦੀ ਆ, ਜਾਂ ਲੋਕੀ ਤੁਹਾਡੇ ਚਾਹਣ ਵਾਲੇ ਵੀ ਹੁੰਦੇ, ਨਹੀਂ ਵੀ ਚਾਹਣ ਵਾਲੇ ਹੁੰਦੇ, ਉਸ ਹਿਸਾਬ ਨਾਲ ਜਿਹੜਾ ਨਾਮ ਵਾਲਾ ਬੰਦਾ ਹੁੰਦਾ ਨਾ, ਉਹਦੀ ਗੱਲ ਬਹੁਤ ਛੇਤੀ ਫੈਲਦੀ ਹੈ। ਬਿਲਕੁਲ। ਸੋ ਨੀਲਮ ਜੀ, ਤੁਹਾਡੇ ਪੇਰੈਂਟਸ ਨੇ ਤੁਹਾਨੂੰ ਬਹੁਤ ਸਪੋਰਟ ਕੀਤਾ ਹੈ ਨਾ, ਜਦੋਂ ਮਤਲਬ ਉਹ ਥੋੜਾ ਇਸ ਲਾਈਨ ਦੇ ਨਾਲ ਵਾਕਫ ਵੀ ਸੀਗੇ, ਫਿਰ ਐਜੂਕੇਟਿਡ ਸੀਗੇ, ਤੇ ਉਹਨਾਂ ਨੇ ਮਨਾ ਨਹੀਂ ਕੀਤਾ, ਹਾਲਾਂਕਿ ਪਹਿਲਾਂ ਬਹੁਤ ਟਾਈਮ ਪਹਿਲਾਂ ਮਨਾ ਵੀ ਕਰਦੇ ਹੁੰਦੇ ਸੀ ਕਿ ਇਸ ਲਾਈਨ ਦੇ ਵਿੱਚ ਨਹੀਂ ਜਾਣਾ। ਸੋ ਕਿਵੇਂ ਉਹਨਾਂ ਦੀ ਸਪੋਰਟ ਨੂੰ ਦੇਖਦੇ ਹੋ? ਕਿਉਂਕਿ ਹੁਣ ਤਾਂ ਚਲੋ ਉਸ ਦੁਨੀਆ ਦੇ ਵਿੱਚ ਨਹੀਂ ਨੇ, ਪਰ ਤੁਸੀਂ ਜਿਹੜਾ ਮੁਕਾਮ ਹਾਸਿਲ ਕਰ ਲਿਆ, ਜਿਹੜੀਆਂ ਤਰੱਕੀਆਂ ਹਾਸਿਲ ਕਰ ਲਈਆਂ ਨੇ, ਉਹਨਾਂ ਦੀ ਸਪੋਰਟ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੀ ਸਪੋਰਟ ਤਾਂ ਮਤਲਬ ਪਹਿਲਾਂ ਰੱਬ ਦੀ, ਤੇ ਉਸ ਤੋਂ ਬਾਅਦ ਰੱਬ ਤੋਂ ਬਾਅਦ ਮੇਰੇ ਮਾਂ-ਬਾਪ, ਜਿਨ੍ਹਾਂ ਨੇ ਮੈਨੂੰ ਇਸ ਗਾਇਕੀ ਲਾਈਨ ਦੇ ਵਿੱਚ ਪਾਇਆ, ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ। ਰੱਬ ਵਰਗੀ ਸਪੋਰਟ ਮਾਂ-ਬਾਪ ਦੀ ਹੁੰਦੀ ਹੈ, ਤੇ ਉਹਨਾਂ ਨੇ ਮੈਨੂੰ ਜੋ ਵੀ ਹੈ ਉਹ ਇੱਥੋਂ ਤੱਕ ਲਿਜਾਣ ਵਾਲੇ, ਮਿਸ ਨੀਲਮ ਬਣਾਉਣ ਤੱਕ ਜੋ ਵੀ ਮੈਂ ਬਣੀ ਆ, ਉਹ ਮੇਰੇ ਮਾਂ-ਬਾਪ ਸੀ। ਕਿਉਂਕਿ ਉਹਨਾਂ ਨੇ ਮੈਨੂੰ ਪੜ੍ਹਾਇਆ ਵੀ ਹੈ, ਉਹਨਾਂ ਨੇ ਮੇਰਾ ਸ਼ੌਂਕ ਵੀ ਪਾਲਿਆ, ਤੇ ਮੈਂ ਪ੍ਰੋਫੈਸ਼ਨ ਬਣੀ, ਉਹ ਵੀ ਮੈਨੂੰ ਪਾਲਿਆ ਉਹਨਾਂ ਨੇ। ਤੇ ਮੈਂ ਕਹਿੰਦੀ ਮੇਰੇ ਮਾਂ-ਬਾਪ ਜਿੱਥੇ ਵੀ ਹੈ, ਉਹਨਾਂ ਨੂੰ ਪਰਮਾਤਮਾ ਸਵਰਗਾਂ 'ਚ ਨਿਵਾਸ ਦੇਵੇ। ਮੇਰੇ ਮਾਂ-ਬਾਪ ਮੇਰੀ ਸਵਰਗ ਤਾਂ ਇੱਥੇ ਹੀ ਦਿਖਾਤਾ ਸਾਰਾ ਕੁਝ। ਕਿਉਂਕਿ ਜਦੋਂ ਤੁਹਾਡੇ ਕਿਸੇ ਵੀ ਪੇਰੈਂਟਸ ਦੇ ਬੱਚੇ ਕਾਬਲ ਹੋਣ ਨਾ, ਭਲਾ ਕੁੜੀ ਜਾਂ ਭਲਾ ਮੁੰਡਾ, ਇਦਾਂ ਨਹੀਂ ਹੁੰਦਾ ਵੀ ਮੁੰਡੇ ਹੀ, ਜੇ ਉਹ ਤੁਹਾਡੀ ਕੇਅਰ ਕਰਦੇ ਆ ਬੱਚੇ, ਤਾਂ ਸਮਝ ਲਓ ਤੁਹਾਡਾ ਸਵਰਗ ਇੱਥੇ ਹੀ ਹੈ। ਬਿਲਕੁਲ, ਉਹ ਇਹਨਾਂ ਨੇ ਕੀਤੀ ਆ। ਤੇ ਬਾਕੀ
ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੰਨਾ ਸੋਹਣਾ ਚੰਨ ਇਸ ਦੁਨੀਆ ਨੂੰ ਦਿੱਤਾ। ਇੱਕ ਉਹ ਚੰਨ ਇੱਕ ਇਹ ਚੰਨ। ਬਿਲਕੁਲ। ਸੋ ਬਹੁਤ ਸੋਹਣੀ ਤੁਹਾਡੀ ਗਾਇਕੀ, ਬਹੁਤ ਸੋਹਣੀਆਂ ਤੁਹਾਡੀਆਂ ਗੱਲਾਂ ਵੀ ਨੇ, ਹੈ ਨਾ। ਤੁਸੀਂ ਕੰਟਰੋਵਰਸੀ ਨਹੀਂ ਕਰਦੇ ਹੋ, ਤੁਹਾਡੇ ਗੀਤਾਂ ਦੇ ਵਿੱਚ ਉਹ ਰਿਸ਼ਤਿਆਂ ਦੀ ਝਲਕ ਹੈ। ਜਿੱਦਾਂ ਹੁਣ ਮੰਨ ਲਓ ਵੀ ਓਬਵੀਅਸਲੀ ਜੀਜਾ ਸਾਲੀ ਇੱਕ ਦੂਜੇ ਨਾਲ ਨੋਕ ਝੋਕ ਕਰਦੇ ਨੇ, ਮੀਆਂ ਬੀਬੀ ਉਹਨਾਂ 'ਚ ਲੜਾਈ ਹੁੰਦੀ ਆ, ਨੌ ਸਾਸਾਂ ਉਹਨਾਂ ਨੇ ਵੀ ਲੜਨਾ ਹੀ ਲੜਨਾ। ਤੁਸੀਂ ਰਿਸ਼ਤਿਆਂ ਨੂੰ ਦਿਖਾਉਂਦੇ ਹੋ, ਤੁਸੀਂ ਰਿਸ਼ਤਿਆਂ ਨੂੰ ਉਜਾਗਰ ਕਰਦੇ ਹੋ, ਸਾਹਮਣੇ ਲੈ ਕੇ ਆਉਂਦੇ ਹੋ। ਅੱਜ ਕੱਲ੍ਹ ਦੇ ਗਾਣਿਆਂ ਦੇ ਵਿੱਚ ਨਾ ਕੰਟਰੋਵਰਸੀ ਜ਼ਿਆਦਾ ਹੈ। ਸੋ ਉਹਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਛੱਡ ਕੇ ਕਿ ਇੱਧਰ ਆਪਣੀ ਗਾਇਕੀ ਵੱਲ ਫੋਕਸ ਕਰਨਾ ਚਾਹੀਦਾ? ਅਮਨ ਜੀ, ਤੁਸੀਂ ਕੰਟਰੋਵਰਸੀ ਦੀ ਗੱਲ ਕੀਤੀ ਆ। ਮੇਰੇ ਹਿਸਾਬ ਨਾਲ ਜੇ ਆਪਾਂ 60% ਸਿੰਗਰ ਉਹ ਆਪਣੀ ਗਾਇਕੀ ਦੇ ਜ਼ੋਰ ਤੇ ਚੱਲਦੇ ਆ ਤੇ 40% ਕੰਟਰੋਵਰਸੀ ਕਰਕੇ ਹਰੇਕ ਦੀ ਲੱਤ ਖਿੱਚ ਲੈਣੀ ਜਾ ਕੇ। ਕਿਉਂਕਿ ਅਸੀਂ ਉਹ ਕੰਮ ਨਹੀਂ ਕਰਦੇ। ਹੁਣ ਕਈ ਇਦਾਂ ਹੁੰਦੇ ਵੀ ਚਲੋ ਕਮੈਂਟ ਵਧੀਆ ਕਰਨ ਵਾਲੇ ਵੀ ਹੁੰਦੇ, ਮਾੜੇ ਕਰਨ ਵਾਲੇ ਵੀ ਹੁੰਦੇ, ਅਸੀਂ ਜਾ ਕੇ ਪੰਗਾ ਲੈ ਲਈਏ। ਕਿਉਂਕਿ ਦੇਖੋ ਤੁਹਾਨੂੰ ਪਿਆਰ ਕਰਨ ਵਾਲੇ ਵੀ ਬਹੁਤ ਆ ਤੇ ਉਹਦੇ ਵਿੱਚੋਂ ਇੱਕ ਵਧੀਆ ਮੇਰੇ ਕੋਲ ਵੱਡੇ ਬ੍ਰਦਰ ਆ, ਉਹ ਵੀ ਆਰਟਿਸਟ ਇਸ ਲਾਈਨ 'ਚ ਹੀ ਆ। ਉਹਨਾਂ ਨੇ ਇੱਕ ਗੱਲ ਮੈਨੂੰ ਕਹੀ ਸੀ, ਕਹਿੰਦੇ ਦਿਲਰਾਜ ਤੁਹਾਡੇ ਮੂਹਰੇ ਬਹੁਤ ਆਡੀਅנס ਬੈਠੀ ਆ, ਉਹਦੇ ਵਿੱਚੋਂ ਜੇ 10 ਬੰਦੇ ਤੁਹਾਨੂੰ ਐ ਵੀ ਕਰ ਰਹੇ ਆ, ਉਹਦੀ ਪਰਵਾਹ ਨਹੀਂ ਕਰਨੀ। ਜਿਹੜੇ ਬਾਕੀ ਸੁਣ ਰਹੇ ਆ ਤੁਹਾਨੂੰ ਪਿਆਰ ਕਰ ਰਹੇ, ਉਹਨਾਂ ਨੂੰ ਦੇਖਣਾ ਤੁਸੀਂ। ਬਿਲਕੁਲ ਇਦਾਂ ਹੁੰਦਾ ਨਾ, ਜਦੋਂ ਹੁਣ ਮੰਨ ਲਓ ਵੀ ਮੈਂ ਵੈਸੇ ਆਪਣੀ ਗੱਲ ਲੈ ਕੇ ਨਹੀਂ ਆਉਣਾ ਚਾਹੁੰਦੀ, ਪਰ ਮੈਂ ਜਿੱਦਾਂ ਹੁਣ ਮੈਂ ਥੋੜੀ ਪਤਲੀ ਸੀ ਹੈ ਨਾ ਪਹਿਲਾਂ, ਤਾਂ ਮੈਨੂੰ ਲੋਕਾਂ ਨੇ ਪਹਿਲਾਂ ਨਹੀਂ ਜੀਣ ਦਿੱਤਾ ਕਿ ਤੂੰ ਬਹੁਤ ਪਤਲੀ। ਹੁਣ ਜੇ ਮੈਂ ਥੋੜੀ ਮੋਟੀ ਹੋ ਗਈ, ਪਤਾ ਕੀ ਤੇਰੇ ਤਾਂ ਲੁੱਕ ਹੀ ਬਦਲ ਗਈ ਆ। ਉਹ ਮਤਲਬ ਮੈਂ ਸੋਚਦੀ ਫਿਰ ਮੈਨੂੰ ਲੱਗਦਾ ਕਿ ਮੈਂ ਇਦਾਂ ਸੋਹਣੀ, ਕੋਈ ਗੱਲ ਨਹੀਂ, ਮੈਂ ਆਪਣੇ ਵੱਲ ਗੌਰ ਕਰੂੰਗੀ ਜ਼ਿਆਦਾ। ਆਪਣਾ ਧਿਆਨ ਰੱਖੋ ਆਪ, ਜਦੋਂ ਆਪਾਂ ਨੂੰ ਵਧੀਆ ਲੱਗਦਾ ਉਹ ਹੀ ਵਧੀਆ ਹੈ। ਕੰਟਰੋਵਰਸੀਆਂ ਬਹੁਤ ਚੱਲਦੀਆਂ ਕਿਉਂਕਿ ਕਈਆਂ ਨੂੰ ਬੜਾ ਚਾਅ, ਤੁਹਾਨੂੰ ਪਤਾ ਵੀ ਬਹੁਤ ਆਰਟਿਸਟ ਆ ਕਹਿੰਦੇ ਕਿ ਕੰਟਰੋਵਰਸੀ ਆ ਕੇ ਪਹਿਲਾਂ ਕਰਕੇ ਅੱਗੇ ਆ ਜਾਾਂਗੇ। ਕੰਟਰੋਵਰਸੀ ਕਰਕੇ ਜਿਹੜੀ ਕਿ ਉਹ ਕਹਿੰਦੇ ਵੀ ਅਸੀਂ ਜਿਹੜੀ ਕਿ ਚਲੋ ਇਹ ਮੰਨਦੇ ਵੀ ਅਸੀਂ ਗੱਲ ਵੀ ਕੰਟਰੋਵਰਸੀ ਨਾਲ ਬੰਦਾ ਨਾ ਕੋਈ ਅੱਜ ਕੱਲ ਹਾਂਜੀ ਮੀਡੀਆ ਤੁਹਾਨੂੰ ਪਤਾ ਵੀ ਸਾਰਾ ਕੁਝ ਹੈਗਾ। ਜੇ ਮਾੜੀ ਜੀ ਵੀ ਗੱਲ ਹੋਵੇ ਅਗਲੇ ਜਿਹਦੇ ਨਾਲ ਚੜ ਦਿੰਦੇ YouTube ਤੇ। ਦੇਖੋ ਅੱਜ ਕੱਲ ਨਾ ਏਦਾਂ ਕਿ ਹਰ ਦੁਨੀਆ ਟੈਨਸ਼ਨ ਦੇ ਵਿੱਚ ਹੈ, ਠੀਕ ਹੈ ਨਾ। ਹਰ ਘਰ ਦੇ ਵਿੱਚ ਕੋਈ ਨਾ ਕੋਈ ਟੈਨਸ਼ਨ ਹੈ। ਹੁਣ ਜੇ ਅਸੀਂ ਉਹ ਟੈਨਸ਼ਨ ਦੇ ਕੇ ਮਤਲਬ ਇਹੋ ਜਿਹੀ ਗੱਲਾਂ ਕਰਕੇ ਲੋਕਾਂ ਨੂੰ ਅਸੀਂ ਕੀ ਲੈ ਲਾਂਗੇ ਲੋਕਾਂ ਤੋਂ, ਸਗੋਂ ਹੋਰ ਅਗਲੇ ਦਾ ਦਿਮਾਗ ਖਰਾਬ ਕਰਾਂਗੇ। ਸਗੋਂ ਏਦਾਂ ਹੈ ਵੀ ਅਗਲੇ ਨੂੰ ਵਧੀਆ ਵਧੀਆ ਗਾਣੇ ਸੁਣਾਓ, ਨੱਚੋ ਟੱਪੋ, ਆਪਣਾ ਇੰਜੋਏ ਕਰੋ, ਅਗਲੇ ਦਾ ਇੰਜੋਏ ਕਰੋ, ਹੈ ਨਾ, ਤਾਂ ਜੋ ਬੰਦਾ ਥੋੜੇ ਕੁ ਟਾਈਮ ਲਈ ਤਾਂ ਰਿਲੈਕਸ ਹੋਵੇ ਨਾ। ਇੰਨੇ ਸਾਲਾਂ ਦੇ ਵਿੱਚ ਤੁਸੀਂ ਦੇਖਿਆ ਤਾਂ ਨਹੀਂ ਹੋਣਾ ਵੀ ਸਾਡੀ ਕੋਈ ਕੰਟਰੋਵਰਸੀ ਏਦਾਂ ਕਿਸੇ ਨੂੰ ਕਿਸੇ ਪ੍ਰਤੀ ਅਸੀਂ ਬੋਲਤਾ? ਨਹੀਂ ਅਸੀਂ ਬੋਲਣਾ ਹੀ ਨਹੀਂ। ਅਸੀਂ ਇਹ ਵੀ ਅਸੀਂ ਆਪਣੇ ਕੰਮ ਤੱਕ ਸਾਨੂੰ ਵਧੀਆ ਲੱਗਦਾ ਤੇ ਵੀ ਆਪਾਂ ਸਾਡੇ ਨਾਲੋਂ ਸਾਰੇ ਸਮਝਦਾਰ ਹੈ ਨਾ। ਅਸੀਂ ਆਪਣੇ ਆਪ ਨਹੀਂ ਵੀ ਅਸੀਂ ਸਮਝਦਾਰ, ਕਿਸੇ ਨੂੰ ਸਮਝਾ ਸਕੀਏ, ਹੈ ਨਾ। ਅਸੀਂ ਆਪਣਾ ਕੰਮ ਕਰਦੇ ਹਾਂ, ਬਸ ਇੰਨਾ ਹੀ ਸਾਡੇ ਇਹ ਮੈਨੂੰ ਲੱਗਦਾ ਆਪਾਂ ਕੰਟਰੋਵਰਸੀ ਤੋਂ ਪਰਾਂ ਹਟ ਕੇ ਮਾਹੌਲ ਥੋੜਾ ਤਾਜ਼ਾ ਤਰੀਨ ਕਰ ਲਈਏ, ਗਾਣਾ ਸੁਣ ਲਈਏ ਇੱਕ ਵਧੀਆ ਜਿਹਾ ਤੁਹਾਡੇ ਤੋਂ ਜਿਹੜਾ ਤੁਹਾਨੂੰ ਪਸੰਦ ਹੋਵੇ। ਨੋਟ ਵਾਰਨੇ ਚਲੋ ਸਾਡਾ ਗੀਤ ਆਇਆ ਸੀ ਪਿੱਛੇ ਜੇ, ਨੋਟ ਵਾਰਨੇ, ਜੀਜਾ ਸਾਲੀ ਦਾ ਸੀ ਉਹ ਵੀ, ਤੇ ਬਹੁਤ ਪਿਆਰ ਮਿਲਿਆ, ਉਹੀ ਸੁਣਾਣੇ। ਸਾਲੇ ਦੇ ਵਿਆਹ ਦੇ ਵਿੱਚ ਬੱਕਰੇ ਬੁਲਾਉਣੇ, ਮੇਲੀ ਗੇਲੀ ਸਾਰੇ ਅੱਜ ਖੁੱਲ ਕੇ ਨਚਾਣੇ। ਸਾਲੇ ਦੇ ਵਿਆਹ ਦੇ ਵਿੱਚ ਬੱਕਰੇ ਬੁਲਾਉਣੇ, ਮੇਲੀ ਗੇਲੀ ਸਾਰੇ ਅੱਜ ਖੁੱਲ ਕੇ ਨਚਾਣੇ। ਤੇਰੇ ਉੱਤੋਂ ਵਾਰ ਦੇਣਾ ਝਾਂਜਰਾਂ ਦਾ ਜੋੜਾ, ਦੱਸ ਜੱਚਣਾ ਕਿ ਨਹੀਂ। ਅੱਜ ਤੈਨੂੰ ਗਿੱਧੇ ਚ ਨਚਾਉਣਾ, ਸਾਲੀਏ ਨੀ ਦੱਸ ਨੱਚਣਾ ਕਿ ਨਹੀਂ। ਹੋ ਤੇਰੇ ਨਾਲ ਜੀਜਾ ਅੱਜ ਨੱਚੂਗੀ ਜ਼ਰੂਰ, ਅੱਗ ਦੇ ਭੰਬੂਕੇ ਵਾਂਗੂ ਮੱਚੂਗੀ ਜ਼ਰੂਰ। ਤੇਰੇ ਨਾਲ ਜੀਜਾ ਅੱਜ ਨੱਚੂਗੀ ਜ਼ਰੂਰ, ਅੱਗ ਦੇ ਭੰਬੂਕੇ ਵਾਂਗੂ ਮੱਚੂਗੀ ਜ਼ਰੂਰ। ਪਰੀਆਂ ਨੂੰ ਗਿੱਧੇ 'ਚ ਨਚਾਉਣ ਲਈ ਵੇ ਪੈਂਦੇ ਜੀਜਾ ਮੁੱਲ ਤਾਰੇ ਨੇ। ਹੋ ਨੱਚਦੀ ਦੇ ਲੱਕ ਦੇ ਹੁਲਾਰਿਆਂ ਤੋਂ ਪੈਣਗੇ ਵੇ ਨੋਟ ਵਾਰਨੇ, ਨੱਚਦੀ ਦੇ ਲੱਕ ਦੇ ਹੁਲਾਰਿਆਂ ਤੋਂ ਪੈਣਗੇ ਵੇ ਨੋਟ ਵਾਰਨੇ। ਕੀ ਬਾਤ ਹੈ, ਮਤਲਬ ਨੋਟ ਵਾਰਨੇ ਪੈਣੇ ਨਹੀਂ। ਔਰ ਵਾਕਈ ਜਿੱਦਾਂ ਹੁਣ ਡੀਜੇ ਤੇ ਇਹ ਗਾਣਾ ਵੀ ਦੇਖਦੇ ਆ ਤਾਂ ਨੋਟ ਵਾਰਨੇ ਹੀ ਪੈਂਦੇ ਜੀਜਿਆਂ ਨੂੰ। ਚਲੋ ਐ ਨਹੀਂ ਹਾਂ, ਮੈਨੂੰ ਹੁਣ ਜਾਂਦੇ ਜਾਂਦੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਵੀ ਜ਼ਰੂਰ ਦੱਸਿਓ ਕਿ ਕਿਹੜੀ ਦੁਗਾਣਾ ਜੋ ਮਤਲਬ ਕਿ ਕਿਹੜਾ ਦੁਗਾਣਾ ਗਾਣਾ ਜਿਹੜਾ ਤੁਹਾਡਾ ਹੁਣ ਆ ਰਿਹਾ ਹੈ। ਹੁਣ ਵੈਸੇ ਤਾਂ ਮੇਰਾ ਵੀਰ ਸਾਡਾ ਭਰਾ ਮਨੀ ਔਜਲਾ, ਹਾਂਜੀ, ਤੇ ਇੰਡਸਟਰੀ 'ਚ ਉਹਦਾ ਵੀ ਕਾਫੀ ਨਾਮ ਆ ਕਿਉਂਕਿ ਆਪ ਵੀ ਵਧੀਆ ਬਾਕਮਾਲ ਸਿੰਗਰ ਹੈ ਤੇ ਮਿਊਜ਼ਿਕ ਬਹੁਤ ਵਧੀਆ ਕਰਦਾ। ਮਿਊਜ਼ਿਕ ਦੇ ਨਾਲ ਨਾਲ ਲਿਖਦਾ ਬਹੁਤ ਵਧੀਆ, ਪੈਕੇਜ ਹੀ ਆ ਪੂਰਾ ਜਿਹੜੀ। ਅੱਛਾ ਜੀ। ਤੇ ਉਹਨਾਂ ਨੇ ਲਿਖਿਆ ਵੀ ਉਹਨਾਂ ਦਾ ਹੀ ਆ ਤੇ ਮਿਊਜ਼ਿਕ ਵੀ ਉਹਨਾਂ ਦਾ। ਇਹ ਗੀਤ ਮਨੀ ਔਜਲੇ ਦਾ ਆਪਾਂ ਜਲਦੀ ਤੁਹਾਡੇ ਰੂਬਰੂ ਕਰਾਂਗੇ। ਤੇ ਇੱਕ ਆਪਣੇ ਇਸ ਵਾਰ ਨਾਮ ਬਹੁਤ ਵੱਡਾ ਉਹਨਾਂ ਦਾ ਦਿਲਜੀਤ ਚੱਟੀ ਜੀ, ਹਾਂਜੀ ਹਾਂਜੀ, ਤੇ ਉਹਨਾਂ ਦੇ 2 ਗੀਤ ਉਹ ਵੀ ਰਿਕਾਰਡ ਹੋ ਰਹੇ ਆ ਸਾਡੇ। ਕੀ ਬਾਤ ਹੈ। ਹਾਂਜੀ, ਸੋ ਸਾਡੇ ਵੱਲੋਂ ਬੈਸਟ ਵਿਸ਼ੇਸ ਨੇ, ਜਿੱਦਾਂ ਤੁਹਾਡੇ ਬਾਕੀ ਗਾਣੇ ਸੁਪਰ ਡੂਪਰ ਹਿੱਟ ਰਹੇ, ਜਿਹੜੇ ਆਉਣ ਵਾਲੇ ਪ੍ਰੋਜੈਕਟ ਦੇ ਵਿੱਚ ਗਾਣੇ ਆ ਰਹੇ ਨੇ ਉਹ ਵੀ ਸੁਪਰ ਡੂਪਰ ਹਿੱਟ ਜਾਣ। ਤੇ ਡੀਜੇ ਤੇ ਅਸਲ ਉਮਰ ਉਦੋਂ ਹੀ ਪਤਾ ਲੱਗਦੀ ਜਦੋਂ ਹਰ ਵਿਆਹ ਸ਼ਾਦੀ ਫੰਕਸ਼ਨ ਤੇ ਗਾਣਾ ਵੱਜਦਾ ਹੈ ਤੇ ਤੁਹਾਡੇ ਉਹ ਗਾਣੇ ਵੱਜਦੇ ਨੇ। ਸੋ ਮੈਨੂੰ ਲੱਗਦਾ ਕਿ ਅਸੀਂ ਸਾਡੀ ਪਹਿਲੀ ਜਨਰੇਸ਼ਨ, ਸਾਡੀ ਹੁਣ ਜਿਹੜੀ ਜਨਰੇਸ਼ਨ ਆ ਗਈ ਆ ਉਹਨਾਂ ਨੂੰ ਵੀ ਪਤਾ ਹੈ, ਉਹ ਵੀ ਸੁਣਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।
ਸੋ ਦੁਗਾਣਾ ਜੋੜੀ ਤੁਹਾਡੇ ਰੂਬਰੂ ਹੋਈ ਹੈ ਮਿਸ ਨੀਲਮ ਤੇ ਦਿਲਰਾਜ, ਜਿਨ੍ਹਾਂ ਨੇ ਆਪਣੇ ਦਿਲਾਂ ਦੇ ਰਾਜ਼ ਜਾਂ ਦਿਲਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਆਂ ਨੇ ਔਰ ਦੇਖਿਆ ਕਿ ਕਿਵੇਂ ਉਹਨਾਂ ਦੀ ਮੁਲਾਕਾਤ ਹੋਈ ਤੇ ਕਿਵੇਂ ਮੈਨੇਜ ਕਰਦੇ ਨੇ ਸਭ ਕੁਝ। ਔਰ ਜਿਹੜੇ ਉਹਨਾਂ ਦੇ ਗੀਤ ਨੇ ਉਹ ਬਾਕਮਾਲ ਨੇ, ਉਹ ਗਾਉਂਦੇ ਤਾਂ ਬਹੁਤ ਸੋਹਣਾ ਨੇ, ਉਹਨਾਂ ਦੀ ਸੀਰਤ ਵੀ ਬਹੁਤ ਸੋਹਣੀ ਆ। ਫਿਲਹਾਲ ਦੇ ਲਈ ਹੁਣ ਇਜਾਜ਼ਤ ਲਵਾਂਗੇ। ਕੈਮਰਾਮੈਨ ਅਵੀ ਦੇ ਨਾਲ ਮੈਂ ਅਮਨਦੀਪ, 1 ਇੰਡੀਆ ਪੰਜਾਬੀ। Subscribe to One India channel and never miss an update.